देर आए दुरुस्त आए 2017 तक ये किताबां जिहड़ियां ने रिन्यू होईयां ने, पर उन्होंने अजे 2007 तक का जिहड़ा वो कीता, अजे पिछला 10 साल का जिहड़ा वो अजे रिव्यूकारां ने जिहड़ियां वो प्रवानगियां दित्तियां, जो कुछ भी कीता वो अजे उत्ते नोटिफाई जिहड़ियां कीतियां सी, बाकी वो अजे नोटिफाई एप्लीकेशन वापस। किताबां ते पाबंदी लगा दी है, पर तुसीं अजे भी जो तुहाडा धरना ये जारी है। किन्ना ਨੂੰ ਤੁਸੀਂ ਮੁੱਖ ਦੋਸ਼ੀ ਮੰਨਦੇ ਕਿ ਕਿਉਂਕਿ ਸਰਕਾਰ ਨੇ ਕਿਹਾ ਕਿ ਸਜ਼ਾਵਾਂ ਦੇਵਾਂਗੇ, ਪਰ ਕਿੰਨਾਂ ਨੂੰ ਸਜ਼ਾਵਾਂ ਦੇਣਗੇ? ਉਹ ਇਤਿਹਾਸ ਜਿਹੜਾ ਪੜ੍ਹਾਉਣਾ ਹੈਗਾ ਉਹ ਕਿਸੇ ਸਿੱਖ ਪੈਨਲ ਨੂੰ ਪੜ੍ਹਾ ਕੇ ਉਹਨਾਂ ਕੋਲ ਪ੍ਰਵਾਨਗੀ ਲੈ ਕੇ ਤੇ ਫਿਰ ਉਸ ਨੂੰ ਗਾਂ ਪਬਲਿਸ਼ ਕੀਤਾ ਜਾਵੇ, ਬੱਚਿਆਂ ਤੱਕ ਪਹੁੰਚਾਇਆ ਜਾਵੇ। ਬਾਕੀ ਕੌਮਾਂ ਦਾ ਜੋ ਇਸ ਧਰਮ ਦੇ ਨਾਲ ਮੇਲ ਨਾ ਖਾਣ ਕਰਕੇ ਉਹ ਇਹਨੂੰ ਜਜ਼ਬ ਕਰਨ ਵਾਸਤੇ ਇਹੋ ਜਿਹੀਆਂ ਕੁਝੀਆਂ ਚਾਲਾਂ ਚੱਲ ਰਹੇ ਆ। 10ਵੇਂ ਪਾਤਸ਼ਾਹ ਨੇ ਵੀ ਪੁੱਛਣਾ ਕੀਤਾ ਸੀ ਵੀ ਮੁਸਲਮਾਨ ਧਰਮ ਚੰਗਾ ਜਾਂ ਮੌਲਵੀ ਨੇ ਪੁੱਛਿਆ ਵੀ ਸਿੱਖ ਧਰਮ ਚੰਗਾ। ਉਹ ਕਹਿੰਦੇ ਮੌਲਵੀ ਜੀ ਤੁਹਾਡਾ ਧਰਮ ਤੁਹਾਨੂੰ ਖੂਬ, ਹਮਾਰਾ ਧਰਮ ਹਮਕੋ ਖੂਬ। ਇਹ ਸਾਰੇ ਧਰਮ ਚੰਗੇ ਆ, ਦੂਜਿਆਂ ਦੇ ਧਰਮ ਵਿੱਚ ਇੰਟਰਫੇਅਰ ਕਰਨਾ ਮੇਰਾ ਖਿਆਲ ਬਹੁਤ ਕਮੀਨਗੀ ਦੀ ਗੱਲ ਆ। ਸੁਪਰੀਮ ਕੋਰਟ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਜਿੰਦਾ ਗੁਰੂ ਦਾ ਦਰਜਾ ਦੇ ਦਿੱਤਾ। ਜੇ ਜਿੰਦਾ ਗੁਰੂ ਦਾ ਦਰਜਾ ਦਿੱਤਾ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਇਹੋ ਜਿਹੀ ਹਰਕਤ ਕਰਦਾ, ਕੋਈ ਜਾਂ ਬੇਅਦਬੀ ਕਰਦਾ, ਤੇ ਉਹਦੇ ਉੱਤੇ ਉਹੋ ਹੀ ਧਾਰਾਵਾਂ ਲੱਗਣੀਆਂ ਚਾਹੀਦੀਆਂ ਜਿਹੜਾ ਇੱਕ ਜਿੰਦਾ ਆਦਮੀ ਦੇ ਉੱਤੇ ਲੱਗਦੀਆਂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਦਾ ਖਾਲਸ ਟੀਵੀ ਤੇ ਮੈਂ ਹਾਂ ਮਨਜਿੰਦਰ ਸਿੰਘ। ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਹਰ ਬੈਠੇ, ਜਿੱਥੇ ਲੰਬੇ ਸਮੇਂ ਤੋਂ ਧਰਨਾ ਚੱਲ ਰਿਹਾ ਸੀ। ਥੋੜ੍ਹੇ ਦਿਨ ਪਹਿਲਾਂ ਜੋ ਹੈ ਦਰਵਾਜ਼ੇ ਵੀ ਬੰਦ ਕੀਤੇ ਗਏ ਸੀ। ਉਸ ਸੰਬੰਧ ਵਿੱਚ ਜੋ ਅੱਜ ਸਰਕਾਰ ਨੇ ਇੱਕ ਬਹੁਤ ਹੀ ਵੱਡੇ ਹੁਕਮ ਜਾਰੀ ਕੀਤੇ ਨੇ। ਸੋ ਸਾਡੇ ਨਾਲ ਬਲਦੇਵ ਸਿੰਘ ਸਿਰਸਾ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਇਸ 'ਤੇ ਕੀ ਕਹਿਣਾ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਜ ਸਰਕਾਰ ਨੇ ਨਵੇਂ ਹੁਕਮ ਜਾਰੀ ਕੀਤੇ ਜੀ, ਇਸ ਬਾਰੇ ਕੀ ਕਹਿਣਾ ਤੁਹਾਡਾ? ਦੇਖੋ ਜੀ, ਮੈਂ ਇਹ ਕਹਾਂਗਾ ਕਿ ਦੇਰ ਆਏ ਦੁਰੁਸਤ ਆਏ। 3 ਮਹੀਨਿਆਂ ਤੋਂ ਅਸੀਂ ਇੱਥੇ ਬੈਠੇ ਸਾਂ, ਕੋਈ ਇੰਨਾ ਵੱਡਾ ਇਹ ਕੰਮ ਨਹੀਂ ਸੀ ਹੈਗਾ, ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਬੇਸ਼ੱਕ ਚਲੋ ਉਹਨਾਂ ਨੇ ਸਮਾਂ ਇੰਨਾ ਨਿਗਾਹ ਕੰਮ ਕੀਤਾ, ਜਿਹੜੀਆਂ ਕਿਤਾਬਾਂ ਦੇ ਉੱਤੇ ਬੈਨ ਕੀਤੀਆਂ ਗਈਆਂ ਨੇ ਜਿਹੜੀਆਂ ਉਹ ਠੀਕ ਕੀਤਾ ਹੈ, ਲੇਕਿਨ ਅਜੇ ਬਾਕੀ ਕੁਝ ਕਿਤਾਬਾਂ ਜਿਹੜੀਆਂ ਨੇ ਉਹ ਬੈਨ ਕਰਨ ਵਾਲੀਆਂ ਅਜੇ ਬਾਕੀ ਹੋਰ ਨੇ। ਅਤੇ ਇੱਕ ਇਹਨਾਂ ਨੇ 2007 ਤੋਂ ਜਿਹੜੀਆਂ ਪ੍ਰਵਾਨਗੀ ਦਿੱਤੀਆਂ ਸੀ, ਉਹ ਪ੍ਰਵਾਨਗੀ ਲੈਟਰ ਜਿਹੜੇ ਨੇ ਉਹ ਇਹਨਾਂ ਨੇ ਮਤਲਬ ਕਿ ਜਿਹੜਾ ਉਹਨਾਂ 'ਤੇ ਰੋਕ ਲੱਗੀ ਆ, ਵਾਪਸ ਲਏ ਨੇ। ਲੇਕਿਨ ਇਹ ਕਿਤਾਬਾਂ ਜਿਹੜੀਆਂ ਨੇ ਇਹ 1998 ਤੋਂ ਲੈ ਕੇ ਹੁਣ ਤੱਕ ਇਹ 1998 'ਚ ਪਹਿਲਾਂ ਪ੍ਰਵਾਨਗੀ ਦਿੰਦੇ ਆ ਅਤੇ ਉਹ ਹਰ ਸਾਲ ਰੀਨਿਊ ਹੁੰਦੀਆਂ ਰਹੀਆਂ ਨੇ। 2017 ਤੱਕ ਇਹ ਕਿਤਾਬਾਂ ਜਿਹੜੀਆਂ ਨੇ ਰਿਨਿਊ ਹੋਈਆਂ ਨੇ, ਪਰ ਉਹਨਾਂ ਨੇ ਅਜੇ 2007 ਤੱਕ ਦਾ ਜਿਹੜਾ ਉਹ ਕੀਤਾ, ਅਜੇ ਪਿਛਲਾ 10 ਸਾਲ ਦਾ ਜਿਹੜਾ ਉਹ ਅਜੇ ਰਿਵਿਊਕਾਰਾਂ ਨੇ ਜਿਹੜੀਆਂ ਉਹ ਪ੍ਰਵਾਨਗੀਆਂ ਦਿੱਤੀਆਂ, ਜੋ ਕੁਝ ਵੀ ਕੀਤਾ ਉਹ ਅਜੇ ਉੱਤੇ ਨੋਟੀਫਾਈ ਜਿਹੜੀਆਂ ਕੀਤੀਆਂ ਸੀ, ਬਾਕੀ ਉਹ ਅਜੇ ਨੋਟੀਫਾਈ ਐਪਲੀਕੇਸ਼ਨ ਵਾਪਸ ਨਹੀਂ ਲਈ। ਸਾਹਿਬ ਤੇ ਕੁਝ ਦਿਨ ਪਹਿਲਾਂ ਹੀ ਗੇਟ ਬੰਦ ਕੀਤੇ ਗਏ ਸੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ। ਉਸ ਤੋਂ ਬਾਅਦ ਤੁਹਾਡੀ ਮੀਟਿੰਗ ਵੀ ਸੀ 3 ਤਰੀਕ ਨੂੰ। ਤੁਹਾਨੂੰ ਕੀ ਲੱਗਦਾ ਜਿਹੜੇ ਸਰਕਾਰ ਨੂੰ ਤੁਹਾਡੀ ਚੇਤਾਵਨੀ ਸੀ ਉਸ ਦਾ ਅਸਰ ਹੈ ਜੀ? ਦੇਖੋ, ਇਹ ਤਾਂ ਹੁੰਦੀ ਰਹਿੰਦੀ ਸੀ, ਬਲਕਿ ਉਹਨਾਂ ਨੂੰ ਇਸੇ ਕਰਕੇ ਅਸੀਂ ਜਿਹੜਾ ਸੀ ਗੇਟ ਬੰਦ ਕੀਤੇ ਸੀ, ਜਦੋਂ ਕੋਈ ਸੁਣਵਾਈ ਨਹੀਂ ਸੀ ਹੋ ਰਹੀ। ਅਤੇ ਉਹ ਰੋਜ਼ ਮਤਲਬ ਕਿ ਮੀਟਿੰਗਾਂ ਸਾਡੀਆਂ ਸੀ, 3-4 ਮੀਟਿੰਗਾਂ ਜਿਹੜੀਆਂ ਨੇ ਸਿੱਖਿਆ ਮੰਤਰੀ ਨਾਲ ਵੀ ਹੋਈਆਂ, ਅਤੇ ਸਪੀਕਰ ਸਾਹਿਬ ਦੇ ਘਰ ਬੈਠ ਕੇ ਵੀ ਸਾਡੀ ਜਿਹੜੀ ਸੀ ਉਹ ਮੀਟਿੰਗ ਹੋਈ। ਵਾਅਦੇ ਵੀ ਕੀਤੇ, ਸਪੀਕਰ ਸਾਹਿਬ ਦੇ ਫੋਨ ਵੀ ਆਉਂਦੇ ਸੀ, ਲੇਕਿਨ ਉਹ ਰੋਜ਼ ਅੱਗੇ ਤੋਂ ਅੱਗੇ ਵਾਅਦੇ ਕਰੀ ਜਾਂਦੇ ਸੀ, ਜਿਸ ਕਰਕੇ ਸਾਨੂੰ ਜਿਹੜਾ ਸੀ ਉਹ ਮਜਬੂਰਨ ਜਿਹੜੇ ਆ ਉਹ ਗੇਟ ਬੰਦ ਕਰਨੇ ਪਏ। ਅਤੇ ਤਾਂ ਜਿਹੜਾ ਇਹ ਕੱਲ੍ਹ ਜਿਹੜਾ ਇਹ ਉਹਨਾਂ ਨੇ ਕਿਤਾਬਾਂ ਦੇ ਉੱਤੇ ਜਿਹੜੀਆਂ ਕਿਤਾਬਾਂ ਬੈਨ ਤਾਂ ਕਰਤੀਆਂ, ਲੇਕਿਨ ਅਜੇ ਪੁਲਿਸ ਪਰਚੇ ਜਿਹੜੇ ਆ ਉਹ ਹੋਣੇ ਬਾਕੀ। ਸਾਹਿਬ ਲੰਬਾ ਸਮਾਂ ਲੱਗ ਗਿਆ ਰਿਪੋਰਟ ਸੌਂਪਦਿਆਂ ਵੀ, ਉਸ ਤੋਂ ਬਾਅਦ ਹੁਣ ਚਲੋ ਸਰਕਾਰ ਨੇ ਹੁਕਮ ਜਾਰੀ ਕਰ ਦਿੱਤੇ ਨੇ, ਉਹ ਕਿਤਾਬਾਂ 'ਤੇ ਪਾਬੰਦੀ ਲਗਾ ਦਿੱਤੀ ਹੈ, ਪਰ ਤੁਸੀਂ ਅਜੇ ਵੀ ਜੋ ਤੁਹਾਡਾ ਧਰਨਾ ਇਹ ਜਾਰੀ ਆ, ਇਸ ਦਾ ਅੱਗੇ ਤੁਹਾਡੀ ਕੀ ਕਾਰਵਾਈ ਜਾਂ ਕਿਸ ਸੰਬੰਧ ਵਿੱਚ ਧਰਨਾ ਜਾਰੀ ਹੈ? ਦੇਖੋ, ਇੱਕ ਤਾਂ ਉਹ ਕਿਤਾਬਾਂ ਤਾਂ ਬੈਨ ਕਰਤੀਆਂ, ਠੀਕ ਹੈ, ਲੇਕਿਨ ਇਹਦੇ ਨਾਲ ਜਿੰਨਾ ਚਿਰ ਦੋਸ਼ੀਆਂ ਦੇ ਖਿਲਾਫ ਪੁਲਿਸ ਪਰਚੇ ਨਹੀਂ ਹੁੰਦੇ, ਜਿਹੜੀਆਂ ਸਰਕਾਰ ਕੋਲ ਰਿਪੋਰਟਾਂ ਗਈਆਂ ਨੇ, ਉਹਨਾਂ ਰਿਪੋਰਟਾਂ ਦੇ ਵਿੱਚ ਇਹ ਬੜਾ ਸਪਸ਼ਟ ਹੈ ਕਿ ਇਹਨਾਂ ਨੇ ਜਿਹੜਾ ਸਿੱਖ ਇਤਿਹਾਸ ਨੂੰ ਤਰੋੜ ਮਰੋੜ ਕੇ ਅਤੇ ਗੁਰਬਾਣੀ ਦੇ ਜਿਹੜੇ ਸ਼ਬਦ ਜੋੜ ਨੇ ਉਹ ਗਲਤ ਲਿਖੇ ਨੇ, ਜਿਸ ਕਰਕੇ ਉਹਨਾਂ 'ਤੇ ਪੁਲਿਸ ਪਰਚੇ ਬਣਦੇ ਨੇ। ਕਿਤਾਬਾਂ ਦੇ ਰੁਕ ਬੈਨ ਤਾਂ ਹੋ ਗਈਆਂ, ਲੇਕਿਨ ਉਹਨਾਂ 'ਤੇ ਪੁਲਿਸ ਪਰਚੇ ਜਿਹੜੇ ਆ ਉਹ ਬੜੇ ਜ਼ਰੂਰੀ ਆ। ਔਰ ਦੂਸਰੀ ਗੱਲ ਕਿ ਜਿਹੜੀ ਕਿਤਾਬ ਅੱਗੇ ਪੜ੍ਹਾਈ ਜਾਣੀ ਆ, ਕਿਉਂਕਿ ਸੈਸ਼ਨ ਚਾਲੂ ਹੋ ਗਿਆ, ਅਤੇ ਇਹ ਬੱਚੇ ਜਿਹੜਾ ਨੇ ਪੜ੍ਹਨਾ, ਉਹ ਕਿਤਾਬਾਂ ਕਿਹੜੀਆਂ ਪੜ੍ਹਾਈਆਂ ਜਾਣੀਆਂ ਨੇ, ਕਿਉਂਕਿ ਤੁਹਾਨੂੰ ਪਤਾ ਹੈ ਕਿ 14/7/17 ਨੂੰ ਵੀ ਇਹਨਾਂ ਕਿਤਾਬਾਂ ਦੇ ਸੰਬੰਧ ਵਿੱਚ ਜਦੋਂ ਮੈਂ ਉਸ ਟਾਈਮ 'ਤੇ ਰੌਲਾ ਪਾਇਆ ਅਤੇ ਇਹਨਾਂ ਨੇ ਰੌਲਾ ਪਾਉਣ ਦੇ ਉੱਤੇ ਕਿਤਾਬਾਂ 'ਤੇ ਰੋਕ ਲਾਤੀ, ਲੇਕਿਨ ਇਹਨਾਂ ਨੇ ਕਿਤਾਬਾਂ ਜਿਹੜੀਆਂ ਸੀ ਉਹ ਚਾਲੂ ਰੱਖੀਆਂ। ਹੁਣ ਸਾਡਾ ਇਹ ਆ ਵੀ ਇੱਕ ਤਾਂ
ਇਹਨਾਂ ਕਿਤਾਬਾਂ ਦੇ ਬੈਨ ਕਰਨ ਤੋਂ ਬਾਅਦ ਇਹਦਾ ਬਦਲ ਦਿੱਤਾ ਜਾਵੇ। ਉਹ ਕਿਤਾਬ ਕਿਹੜੀ ਜਿਹੜੀ ਬੱਚਿਆਂ ਨੂੰ ਪੜ੍ਹਾਈ ਜਾਣੀ ਹੈ, ਅਤੇ ਦੋਸ਼ੀਆਂ ਦੇ ਖਿਲਾਫ FIR ਜਿਹੜੀਆਂ ਨੇ ਉਹ ਬੜੀਆਂ ਜ਼ਰੂਰੀ ਹੈ। ਜੀ ਸਾਹਿਬ, ਦੋਸ਼ੀ ਕਿਹਨੂੰ ਮੰਨਦੇ ਹੋ ਤੁਸੀਂ? ਕਿਉਂਕਿ ਲੰਬੇ ਸਮੇਂ ਤੋਂ ਹੀ ਕਿਤਾਬਾਂ ਇਹ ਚੱਲਦੀਆਂ ਆ ਰਹੀਆਂ ਸੀ, ਲੰਬੇ ਸਮੇਂ ਤੋਂ ਛਪੀਆਂ ਸੀ। ਦੋਸ਼ੀ ਤਾਂ ਛਪਾਉਣ ਵਾਲੇ ਹੀ ਨਹੀਂ, ਜਿਨ੍ਹਾਂ ਨੇ ਪਬਲਿਸ਼ ਕੀਤੀਆਂ ਉਹ ਵੀ ਨੇ। ਕਿਹਨਾਂ ਨੂੰ ਤੁਸੀਂ ਮੁੱਖ ਦੋਸ਼ੀ ਮੰਨਦੇ? ਕਿਉਂਕਿ ਸਰਕਾਰ ਨੇ ਕਿਹਾ ਕਿ ਸਜ਼ਾਵਾਂ ਦੇਵਾਂਗੇ, ਪਰ ਕਿਹਨਾਂ ਨੂੰ ਸਜ਼ਾਵਾਂ ਦੇਣਗੇ? ਕਿਤੇ ਉਹੀ ਤਾਂ ਨਹੀਂ ਕਿ ਦੂਜੇ ਹੀ ਆ ਜਾਣਗੇ, ਜਿਹੜਾ ਮਾੜਾ ਉਸ 'ਤੇ ਜ਼ੋਰ ਚੱਲ ਜਾਏਗਾ, ਦੂਜਿਆਂ ਵੱਡਿਆਂ ਵਾਲਾ ਹੱਥ ਹੀ ਨਾ ਪਊਗਾ। ਦੇਖੋ, ਉਹ ਇੱਕ ਜਿਹੜੀ ਤੁਸੀਂ ਜਿੱਧਰ ਤੁਹਾਡਾ ਇਸ਼ਾਰਾ ਹੈ ਉਹ ਇੱਕ ਬਹੁਤ ਵੱਡਾ ਹੈ, ਲੇਕਿਨ ਸਭ ਤੋਂ ਪਹਿਲਾਂ ਤੇ ਆ ਕਿ ਕਿਉਂਕਿ ਕਾਨੂੰਨੀ ਪ੍ਰਕਿਰਿਆ ਜਿਹੜੀ ਆ, ਜਿਹੜੇ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਆਉਂਦੇ ਨੇ, ਰਾਈਟਰ ਆਉਂਦਾ ਸਭ ਤੋਂ ਪਹਿਲਾਂ, ਉਸ ਤੋਂ ਬਾਅਦ ਰਿਵਿਊ ਕਰ ਕਮੇਟੀਆਂ ਆਉਂਦੀਆਂ ਨੇ, ਫਿਰ ਅਕਾਦਮਿਕ ਕਮੇਟੀ ਆਉਂਦੀ ਆ। ਇਹ ਜਿਹੜੇ ਸੰਬੰਧਿਤ ਇਹਨਾਂ ਕਿਤਾਬਾਂ ਦੇ, ਜਿਨ੍ਹਾਂ ਨੇ ਇਹ ਕਿਤਾਬਾਂ ਲਿਖੀਆਂ, ਉਸ ਤੋਂ ਬਾਅਦ ਜਿਨ੍ਹਾਂ ਰਿਵਿਊ ਕਾਰਾਂ ਨੇ ਇਹ ਪੜ੍ਹੀਆਂ, ਉਸ ਤੋਂ ਬਾਅਦ ਜਿਹੜੇ ਅਕਾਦਮਿਕ ਕਮੇਟੀ ਹੈ, ਤੇ ਜਿਹੜੇ ਇਹਨਾਂ ਦੇ ਨਾਲ ਸੰਬੰਧਿਤ ਕਿਤਾਬਾਂ ਦੇ ਨਾਲ ਸੰਬੰਧਿਤ ਜਿਹੜੇ ਦੋਸ਼ੀ ਨੇ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਜਿਹੜੇ ਆਉਂਦੇ ਨੇ, ਪਰਚੇ ਤਾਂ ਉਹਨਾਂ ਤੇ ਹੀ ਫਿਲਹਾਲ ਹੋਣਗੇ। ਤੇ ਅਸੀਂ ਤਾਂ ਇਹਦੇ ਪਿੱਛੇ ਕੁਝ ਹੋਰ ਬੜੀਆਂ ਵੱਡੀਆਂ ਸ਼ਕਤੀਆਂ ਜਿਹੜੀਆਂ ਕਿਤਾਬਾਂ ਪਬਲਿਸ਼ ਕਰਾ ਰਹੀਆਂ ਉਹ ਹੈਗੀਆਂ ਨੇ, ਪਰ ਉਹ ਕਾਨੂੰਨੀ ਸਕੰਜੇ 'ਚ ਕਿਸ ਤਰ੍ਹਾਂ ਫਸਣਗੀਆਂ ਉਹ ਇੱਕ ਬੜਾ ਵੱਡਾ ਸਵਾਲ ਆ। ਉਹ ਏਡੀ ਛੇਤੀ ਹੱਲ ਹੋਣ ਵਾਲਾ ਨਹੀਂ ਹੈਗਾ। ਫਿਲਹਾਲ ਤੇ ਇਹੀ ਆ ਕਿ ਜਿਹੜਾ ਰਾਈਟਰ, ਰਿਵਿਊਕਾਰ ਤੇ ਅਕਾਦਮਿਕ ਤੇ ਪਬਲਿਸ਼ਰ, ਉਹਨਾਂ ਦੇ ਉੱਤੇ ਪਰਚੇ ਜਿਹੜੇ ਨੇ ਉਹ ਫਿਲਹਾਲ ਉਹਨਾਂ ਦੇ ਉੱਤੇ ਪਰਚਾ ਜ਼ਰੂਰੀ ਹੈ। ਹੁਣ ਇੰਨੀ ਸਫਲਤਾ ਬਾਅਦ ਅੱਗੇ ਸਰਕਾਰ ਕੋਲੋਂ ਤੁਹਾਡੀ ਕੀ ਮੰਗ ਹੈ ਜੀ? ਇਸ ਤੋਂ ਇਲਾਵਾ ਜੀ ਹੋਰ ਮੰਗਾਂ ਕੀ? ਨਹੀਂ, ਅਜੇ ਤੇ ਫਿਲਹਾਲ ਤੇ ਉਹਨਾਂ ਨੇ ਬੈਨ ਹੀ ਕੀਤੀ ਹੈ। ਅਜੇ ਤਾਂ ਜਿਹੜਾ ਪਰਚੇ ਦੀ ਗੱਲ ਰਹਿੰਦੀ ਹੈ, ਤੇ ਜਿਹੜੀ ਕਿਤਾਬ ਹੈ ਉਹਨਾਂ ਕਹਿਣਾ ਕਿ ਉਹਨਾਂ ਨੂੰ ਦੋਸ਼ੀਆਂ ਨੂੰ ਸਜ਼ਾਵਾਂ ਵੀ ਦੇਵਾਂਗੇ। ਦੋਸ਼ੀਆਂ ਨੂੰ ਸਜ਼ਾਵਾਂ ਤਾਂ ਉਹਨਾਂ ਨੇ ਕਹਿ ਦਿੱਤਾ ਕਿ ਦੇਵਾਂਗੇ ਸਰਕਾਰ ਨੇ, ਪਰ ਉਸ ਤੋਂ ਅੱਗੇ ਕੀ ਤੁਹਾਡੀਆਂ ਹੋਰ ਕੀ ਮੰਗਾਂ? ਸਜ਼ਾਵਾਂ ਤੋਂ ਪਹਿਲਾਂ ਤੇ ਜੇ FIR ਹੋਵੇ, ਸਜ਼ਾਵਾਂ ਇੱਥੋਂ ਜ਼ਬਾਨੀ ਕਲਾਮੀ ਥੋੜੀਆਂ ਹੋ ਜਾਣੀਆਂ ਨੇ। ਪਹਿਲਾਂ FIR ਹੋਏਗੀ ਤੇ ਫਿਰ ਉਹ ਮੁਕੱਦਮੇ ਚੱਲਣੇ, ਕਿ ਟ੍ਰਾਇਲ ਚੱਲੇਗਾ, ਕੇਸ ਜਿਹੜਾ ਚੱਲਣਗੇ, ਤਾਂ ਉਸ ਤੋਂ ਬਾਅਦ ਹੀ ਸਜ਼ਾਵਾਂ ਹੋਣੀਆਂ ਨੇ ਨਾ। FIR ਕਰਨ ਤੇ ਸਜ਼ਾ ਨਹੀਂ ਨਾ ਹੋ ਜਾਣੀ। ਉਹ ਤਾਂ ਕੱਲ੍ਹ ਨੂੰ ਜ਼ਮਾਨਤਾਂ ਵੀ ਉਹਨਾਂ ਦੀਆਂ ਹੋ ਜਾਣਗੀਆਂ, ਕਿਉਂਕਿ ਇਹਦੇ 'ਚ ਬਹੁਤ ਸਾਰੇ ਇਸ ਤਰ੍ਹਾਂ ਦੇ ਹੈਗੇ ਨੇ ਕਾਨੂੰਨੀ ਦਾਅ ਪੇਚ ਵੀ ਉਹਨਾਂ ਦੇ ਹੱਕ ਜਾ ਸਕਦੇ ਨੇ। ਵੈਸੇ ਤਾਂ ਬਣਦੀ ਨਹੀਂ, ਲੇਕਿਨ ਇਹਦੇ ਵਿੱਚ ਬਹੁਤ ਵੱਡੀ ਇੱਕ ਸਾਜ਼ਿਸ਼ ਹੈ। ਸਭ ਤੋਂ ਵੱਡੀ ਗੱਲ, ਜਿੱਥੇ ਇਹਨਾਂ ਨੇ ਇਤਿਹਾਸ ਨੂੰ ਮਰੋੜ ਕੇ ਲਿਖਿਆ, ਜਿਵੇਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਿਆਈ ਨੂੰ ਹੀ ਰੱਦ ਕਰਤਾ ਇਹਨਾਂ ਨੇ। ਗੁਰਬਾਣੀ ਇਹਨਾਂ ਨੇ ਕੋਈ ਨਹੀਂ, ਇਹਨਾਂ ਕਿਤਾਬਾਂ ਦੇ ਵਿੱਚ ਬਹੁਤ ਗਲਤ ਲਿਖਿਆ ਹੈ। ਔਰ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਇਤਿਹਾਸ ਨੂੰ ਇੰਨਾ ਗਲਤ ਲਿਖਣਾ, ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਖਾਲਸਾ ਪੰਥ ਦੀ ਸਿਰਜਣਾ ਉਹਦੇ ਬਾਰੇ, ਔਰ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਅਪਸ਼ਬਦਾਵਲੀ ਲਿਖਣੀ। ਇਸ ਤਰ੍ਹਾਂ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਵੀ ਜਿਹੜਾ ਹੈ ਉਹ ਜਹਾਂਗੀਰ ਦਾ ਇੱਕ ਨੌਕਰ ਦੱਸਣਾ। ਇਹ ਬਹੁਤ ਕੁਛ ਹੈ। ਫਿਰ ਸਭ ਤੋਂ ਵੱਡੀ ਗੱਲ ਜਿਹੜੀ ਆ ਉਹ ਗੁਰਬਾਣੀ ਦੀ ਆਉਂਦੀ ਹੈ, ਕਿ ਗੁਰਬਾਣੀ ਦੇ ਜਿਹੜੇ ਸ਼ਬਦ ਨੇ, ਉਹਨਾਂ ਨੂੰ ਸ਼ਬਦ ਜੋੜ ਜਿਹੜੇ ਨੇ ਉਹ ਗਲਤ ਲਿਖੇ ਨੇ। ਇਹਦੇ ਵਿੱਚ ਗੁਰਬਾਣੀ ਦੇ ਪ੍ਰਤਾਪ ਮੈਂ ਇਹਨਾਂ ਦੱਸਾਂਗਾ ਕਿ ਗੁਰੂ ਹਰਿਰਾਏ ਪਾਤਸ਼ਾਹ ਨੇ ਜਦੋਂ ਆਪਣੇ ਪੁੱਤਰ ਨੂੰ ਬਾਦਸ਼ਾਹ ਦੇ ਕੋਲੇ ਭੇਜਿਆ, ਤੇ ਉਹਨੇ ਉਸ ਟਾਈਮ ਤੇ ਦਿੱਲੀ ਤਖਤ ਤੇ ਬੈਠੇ ਬਾਦਸ਼ਾਹ ਨੂੰ ਖੁਸ਼ ਕਰਨ ਲਈ ਜਿਹੜੇ ਗੁਰੂ ਹਰਿਰਾਏ ਪਾਤਸ਼ਾਹ ਦਾ ਪੁੱਤਰ ਸੀ ਰਾਮ ਰਾਏ, ਉਹਨੇ ਕੇਵਲ ਇੱਕ ਸ਼ਬਦ ਬਦਲਿਆ ਗੁਰਬਾਣੀ ਦੇ ਵਿੱਚੋਂ, ਮਿੱਟੀ ਮੁਸਲਮਾਨ ਦੀ ਤੋਂ ਮਿੱਟੀ ਬੇਈਮਾਨ ਦੀ ਗਿਆ। ਗੁਰੂ ਸਾਹਿਬ ਨੇ ਉਹਨੂੰ ਆਪਣੇ ਮੱਥੇ ਨਹੀਂ ਲਾਇਆ। ਇਤਿਹਾਸ ਹੈ। ਤੇ ਜਿਨ੍ਹਾਂ ਨੇ ਇਹਨਾਂ ਕਿਤਾਬਾਂ ਦੇ ਵਿੱਚ ਟੋਟਲ ਲੇਖਕਾਂ ਨੇ, ਇਹਨੇ ਵੀ ਇੱਕ ਦੋ, ਜਿੰਨੇ ਲੇਖਕ ਨੇ, ਇੱਕ ਤੇ ਸਾਰਿਆਂ ਦੀ ਲਿਖਤ ਇੱਕ ਹੈ, ਜਿਵੇਂ ਨਕਲ ਮਾਰ ਕੇ ਲਿਖਿਆ ਹੁੰਦਾ, ਕਿ ਇਹਦੇ ਪਿੱਛੇ ਇੱਕ ਕੋਈ ਸ਼ਕਤੀ ਆ ਜਿਨ੍ਹਾਂ ਨੇ ਇਹ ਸਾਰੀਆਂ ਕਿਤਾਬਾਂ ਤਿਆਰ ਕੀਤੀਆਂ। ਤੇ ਇਹ ਵੱਖਰੇ ਫੌਜ ਲੇਖਕਾਂ ਦੀ ਲੈ ਕੇ, ਤੇ ਇਹ ਸਾਰਾ ਇੱਕ ਭੁਲੇਖਾ ਪਾਉਣ ਵਾਸਤੇ ਵੀ ਫਲਾਣੇ ਨੇ ਵੀ ਆਹ ਚੀਜ਼ ਲਿਖੀ, ਫਲਾਣੇ ਨੇ ਵੀ ਆਹ ਲਿਖੀ ਆ। ਤੇ ਇਸ ਤਰ੍ਹਾਂ ਇਹਨਾਂ ਨੇ ਜੋ ਕੁਝ ਵੀ ਕੀਤਾ ਹੈ, ਇਹ ਬਖਸ਼ਣਯੋਗ ਨਹੀਂ ਹੈਗੇ। ਇਹ ਬਰੀਓਂ ਜ਼ਮਾਨਤਾਂ ਵਾਲਾ ਕੇਸ ਨਹੀਂ ਹੈਗੇ, ਪਰ ਫਿਰ ਵੀ ਜੇ ਮਿਲ ਸਕਦੀਆਂ, ਪਰ ਸਜ਼ਾ ਤੇ ਉਦੋਂ ਹੋਣਗੀਆਂ ਜਦੋਂ ਕੇਸ ਚੱਲਣਗੇ। ਪਹਿਲਾਂ ਮੁਕੱਦਮੇ ਤੇ ਦਰਜ ਕਰ, ਤੇ ਇਹ ਕਿਤਾਬਾਂ ਜਿਹੜੀਆਂ ਨਵੀਆਂ ਪੜ੍ਹਾਈਆਂ ਜਾਣੀਆਂ ਉਹ ਸਾਨੂੰ ਵਿਖਾਉਣ। ਉਸ ਤੋਂ ਬਾਅਦ ਫਿਰ ਅਗਲੀ ਮੰਗ ਜਿਹੜੀ ਆ ਇਹ ਵੀ ਸਾਡੀ ਹੈ ਕਿ ਇਸ ਤਰ੍ਹਾਂ ਇੱਕ ਪੰਜਾਬ ਸਰਕਾਰ ਜਿਹੜੀ ਆ ਉਹ ਵਿਧਾਨ ਸਭਾ ਦੇ ਵਿੱਚ ਇੱਕ ਮਤਾ ਲਿਆਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਮੇਤ ਪੰਜਾਬ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚ ਜਾਂ ਕੋਈ ਇੰਡੀਵਿਜੂਅਲ ਤੌਰ ਦੇ ਉੱਤੇ ਕੋਈ ਕਿਤਾਬ ਲਿਖਦਾ ਹੈ, ਕੋਈ ਆਰਟੀਕਲ ਲਿਖਦਾ ਹੈ, ਕੋਈ ਮੈਗਜ਼ੀਨ ਲਿਖਦਾ ਹੈ, ਉਹ ਪੰਜਾਬ ਦਾ ਇਤਿਹਾਸ, ਸਾਡੇ ਸ਼ਹੀਦਾਂ ਦਾ ਇਤਿਹਾਸ, ਗੁਰੂ ਸਾਹਿਬਾਨ ਦਾ ਇਤਿਹਾਸ, ਤੇ ਉਹ ਲਿਖਣ ਲੱਗਾ, ਤੇ ਖਾਸ ਕਰਕੇ ਗੁਰਬਾਣੀ ਵੀ ਉਹ ਲਿਖਣ ਲੱਗਿਆ ਇਹਨਾਂ ਜ਼ਰੂਰ ਵੇਖੇ ਕਿ ਇਹਦੇ ਨਾਲ ਸਿੱਖ ਭਾਵਨਾ ਨੂੰ ਠੇਸ ਨਾ ਲੱਗੇ। ਇਸ ਤਰ੍ਹਾਂ ਦਾ ਕਾਨੂੰਨ ਜਿਹੜਾ ਮਤਲਬ ਜਿਹੜਾ ਉਹ ਇਹਨਾਂ ਨੂੰ ਇੱਕ ਮਤਾ ਲਿਆ ਕੇ ਉਹ ਪੰਜਾਬ ਅਸੈਂਬਲੀ 'ਚ ਪਾਸ ਕਰਕੇ ਕੇਂਦਰ ਤੱਕ ਪਹੁੰਚ ਕਰਕੇ ਪੂਰੇ ਭਾਰਤ ਵਿੱਚ
ਇਸ ਤਰ੍ਹਾਂ ਦਾ ਕੋਈ ਕਾਨੂੰਨ ਜਿਹੜਾ ਹੈ ਉਹ ਸਖਤ ਕਾਨੂੰਨ ਬਣਾਉਣ ਵਾਸਤੇ ਪੰਜਾਬ ਸਰਕਾਰ ਨੂੰ ਉਪਰਾਲੇ ਕਰਨੇ ਚਾਹੀਦੇ ਆ। ਅਸੀਂ ਇਹ ਵੀ ਮੰਗ ਕਰਾਂਗੇ। ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂਜੀ, ਬਾਬਾ ਜੀ, ਅੱਜ ਸਰਕਾਰ ਵੱਲੋਂ ਜੋ ਫੈਸਲਾ ਹੈ ਇਸ ਬਾਰੇ ਤੁਹਾਡਾ ਕੀ ਕਹਿਣਾ ਜੀ? ਦੇਖੋ, ਜਿਸ ਤਰ੍ਹਾਂ ਸਿਰਸਾ ਸਾਹਿਬ ਨੇ ਬੜੇ ਵਿਸਥਾਰ ਦੇ ਨਾਲ ਦੱਸਿਆ ਕਿ ਦੇਰ ਆਏ ਦਰੁਸਤ ਆਏ, ਬਹੁਤ ਚੰਗਾ ਕੀਤਾ ਉਹਨਾਂ ਨੇ ਜੋ ਆਪਣੀ ਗਲਤੀ ਨੂੰ ਮਹਿਸੂਸ ਕਰਕੇ ਤੇ ਉਹਦੇ ਵਿੱਚ ਸੋਧ ਕਰ ਲਈ ਆ, ਉਹਨਾਂ ਤੇ ਬਿਆਨ ਕਰ ਦਿੱਤਾ, ਬਹੁਤ ਚੰਗੀ ਗੱਲ ਹੈ। ਬਾਕੀ ਪਰ ਉਹਦੇ ਨਾਲ ਨਾਲ ਜੋ ਸਿਰਸਾ ਸਾਹਿਬ ਨੇ ਕਿਹਾ ਤੇ ਉਹਦਾ ਜੋ ਕੁਝ ਪੜ੍ਹਾਉਣਾ, ਜੋ ਕੁਝ ਗਾ ਬੱਚਿਆਂ ਨੂੰ ਸਿਖਾਉਣਾ ਜਾਂ ਜੋ ਉਹਨਾਂ ਨੂੰ ਟੀਚਿੰਗ ਕਰਨੀ ਹੈ, ਉਹਦੇ ਪ੍ਰਥਾਏ ਕੀ ਸਬਸਟੀਟਿਊਟ ਕਿ ਦੇ ਰਹੇ ਆ, ਉਹਦੇ ਪ੍ਰਥਾਏ ਤਾਂ ਕੋਈ ਨਹੀਂ ਗਾ। ਬੱਚੇ ਉਨਾ ਚਿਰ ਪੰਜਾਬ ਦੇ ਇਤਿਹਾਸ ਤੋਂ ਅਣਜਾਣ ਰਹਿਣਗੇ। ਸੋ ਬਣਦਾ ਇਹ ਆ ਕਿ ਪਹਿਲਾਂ ਉਹ ਇਤਿਹਾਸ ਜਿਹੜਾ ਪੜ੍ਹਾਉਣਾ ਹੈਗਾ ਉਹ ਕਿਸੇ ਸਿੱਖ ਪੈਨਲ ਨੂੰ ਪੜ੍ਹਾ ਕੇ ਉਹਨਾਂ ਕੋਲ ਪ੍ਰਵਾਨਗੀ ਲੈ ਕੇ ਤੇ ਫਿਰ ਉਸ ਨੂੰ ਗਾਂ ਪਬਲਿਸ਼ ਕੀਤਾ ਜਾਵੇ, ਬੱਚਿਆਂ ਤੱਕ ਪਹੁੰਚਾਇਆ ਜਾਵੇ। ਕਿਉਂਕਿ ਜੋ ਕੁਝ ਸਰਸਾ ਸਾਹਿਬ ਨੇ ਦੱਸਿਆ ਡਿਟੇਲ ਦੇ ਨਾਲ, ਅੱਜ ਪਹਿਲਾਂ ਵੀ ਗੱਲਾਂ ਹੋਈਆਂ, ਇੰਨਾ ਕੁਛ ਅਨਰਥ ਮਾਰਿਆ ਗਿਆ ਜੋ ਬਿਲਕੁਲ ਸੱਚਾਈ ਤੋਂ ਕੋਹਾਂ ਕੀ ਆ, ਮਤਲਬ ਕਰੋੜਾਂ ਮੀਲ ਦੂਰ ਆ। ਮਤਲਬ ਜਿਹਦੇ ਵਿੱਚ ਜਿੱਦਾਂ ਅਪਸ਼ਬਦ ਬੋਲਣੇ ਤਾਂ ਇੱਕ ਪਾਸੇ ਰਹੇ, ਬਿਲਕੁਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਾਨ ਦੇ ਉਹਨਾਂ ਨੂੰ ਕਿਸੇ ਨੂੰ ਦਾਸੀ ਦਾ ਪੁੱਤਰ ਲਿਖ ਦੇਣਾ, ਕਿਸੇ ਨੂੰ ਕੁਛ ਲਿਖ ਦੇਣਾ, ਬਹੁਤ ਜ਼ਿਆਦਾ ਬੰਦਾ ਕੰਨਾਂ ਦੇ ਨਾਲ ਨਾ ਸੁਣ ਸਕਦਾ ਨਾ ਉਹਨੂੰ ਪੜ੍ਹ ਸਕਦਾ। ਔਰ ਇਹ ਅਸਲੀਅਤ ਜਿਹੜੀ ਆ ਕਿ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਖੁਦ ਲਿਖਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ। ਉਹਨਾਂ ਨੂੰ ਨੇੜੇ ਤੇ ਕੋਈ ਨਹੀਂ ਸੀ, ਉਹਨਾਂ ਦੇ ਪੁੱਤਰ ਸਨ, ਉਹਨਾਂ ਦੇ ਸਾਹਮਣੇ ਆਪ ਉਹਨਾਂ ਨੇ ਤੋਰਿਆ। ਤੇ ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕੁੱਲੂ ਮੈਂ ਸਾਕਾ, ਸਾਧਨ ਹੇਤ ਇਤੀ ਜਨ ਕਰੀ, ਸੀਸ ਦੀਆ ਪਰ ਸੀਨਾ ਉਚਰੀ। ਹਾਂਜੀ, ਔਰ ਇਹ ਵੀ ਲਿਖਣਾ ਕੀਤਾ ਕਵੀ ਸੈਨਾਪਤ ਨੇ, ਪ੍ਰਗਟ ਭਏ ਗੁਰੂ ਤੇਗ ਬਹਾਦਰ, ਸਗਲ ਸ੍ਰੇਸ਼ਟ ਪੈ ਢਾਪੀ ਚਾਦਰ। ਉਹਨੇ ਆਪਣੇ ਸਰੀਰ ਦਾ ਚਾਦਰਾ ਦੇ ਕੇ ਸਾਰੇ ਧਰਮਾਂ ਦਾ ਜਿਹੜਾ ਸਤਿਕਾਰ ਮਾਣ ਬਰਕਰਾਰ ਰੱਖਿਆ। ਔਰ ਹਰ ਇੱਕ ਨੂੰ ਭੈ ਕਾਹੂ ਕੋ ਨੀਤ ਨਹਿ ਭੈ ਮਾਨ ਧਿਆਨ, ਵੀ ਹਰ ਧਰਮ ਦਾ ਆਪਣੇ ਆਪ ਨੂੰ ਸੁਤੰਤਰਤਾ ਹੋਣੀ ਚਾਹੀਦੀ ਹੈ, ਉਸ ਦੇ ਅਕੀਦੇ ਅਨੁਸਾਰ ਜਿਉਣ ਦੀ ਤੇ ਚਿੰਨ੍ਹ ਪਹਿਨਣ ਦੀ, ਉਹਦੇ ਵਾਸਤੇ ਦਿੱਤਾ। ਪਰ ਹੁਣ ਉਹਦੇ 'ਚ ਗੁਲਾਮ ਹੁਸੈਨ ਪਤਾ ਨਹੀਂ ਆਪਾਂ ਕੌਣ ਜਾਣਦੇ ਆ, ਜਿਹੜੇ ਸਾਡੇ ਵਿਰੋਧੀ ਰਹੇ ਆ ਮੁਸਲਮਾਨਾਂ, ਉਹਨਾਂ ਦਾ ਕੋਈ ਪੱਤਰਾ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਡਾਕੂ ਲਿਖ ਕਰਕੇ ਵੀ ਉਹ ਚੋਰੀਆਂ ਕਰਾਉਂਦੇ ਸਨ, ਬਹੁਤ ਸਾਰੀ ਵੱਡੀ ਉਹਨਾਂ ਦੀ ਫੌਜ ਬਣਾ ਲਈ ਹੈ ਤੇ ਜਿਹਦੇ ਕਰਕੇ ਉਹਨਾਂ ਨੂੰ ਸਜ਼ਾਏ ਮੌਤ ਦਿੱਤੀ ਗਈ ਤੇ ਉਹਨਾਂ ਦੇ ਸਰੀਰ ਦੇ 4 ਟੁਕੜੇ ਕਰਕੇ ਤੇ 4 ਦਰਵਾਜ਼ਿਆਂ ਤੇ ਟੰਗੇ ਗਏ। ਹੁਣ ਦੇਖੋ ਤੁਹਾਡੇ ਸਾਹਮਣੇ ਆ, ਜਿੱਥੇ ਗੁਰੂ ਮਹਾਰਾਜ ਜੀ ਨੇ ਸ਼ਹਾਦਤ ਦਿੱਤੀ ਆ ਉੱਥੇ ਸੀਸਗੰਜ ਆ, ਜਿੱਥੇ ਗੁਰੂ ਮਹਾਰਾਜ ਜੀ ਦਾ ਧੜ ਦਾ ਸੰਸਕਾਰ ਕੀਤਾ ਗਿਆ ਉੱਥੇ ਰਕਾਬਗੰਜ ਸਾਹਿਬ ਆ। ਜਿਸ ਰਸਤੇ ਭਾਈ ਜੈਤਾ ਜੀ ਗੁਰੂ ਮਹਾਰਾਜ ਜੀ ਦਾ ਸੀਸ ਲੈ ਕੇ ਆਏ ਆ, ਉਹ ਸੀਸ ਮਾਰਗ ਬਣਿਆ। ਔਰ ਅਨੰਦਪੁਰ ਸਾਹਿਬ ਉਹ ਅਸਥਾਨ ਹੈ ਜਿੱਥੇ ਗੁਰੂ ਮਹਾਰਾਜ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ। 3 ਇਤਿਹਾਸਕ ਅਸਥਾਨ ਜਿੱਥੇ ਲੱਖਾਂ ਲੋਕ ਜਾ ਕੇ ਨਤਮਸਤਕ ਹੁੰਦੇ ਆ, ਉਹ ਸਾਰੇ ਨੂੰ ਝੁਠਲਾ ਦਿੱਤਾ। ਕਦੀ ਅੱਜ ਤੋਂ ਤੁਸੀਂ ਆਪ ਜੀ ਨੇ ਸੁਣਿਆ ਹੋਵੇਗਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਰੀਰ ਦੇ 4 ਟੁਕੜੇ ਕਰਕੇ 4 ਦਰਵਾਜ਼ਿਆਂ ਦੇ ਨਾਲ ਲਟਕਾਏ ਹੋਣ, ਔਰ ਗਵਾਲੀਅਰ ਦੇ। ਸੋ ਇਹੋ ਜਿਹੇ ਝੂਠ ਜਿਹੜਾ ਹੈਗਾ, ਅਸੀਂ ਕਹਿੰਦੇ ਸੱਚਾਈ ਜਿਹੜੀ ਆ ਖੁੱਲ੍ਹ ਕੇ ਲਿਖੋ। ਹਾਂ, ਜੇ ਸੱਚਾਈ ਕੋ ਲੁਕੋਵੋ ਨਾ, ਜੋ ਸੱਚਾਈ ਆ ਸਿੱਖ ਧਰਮ ਦੇ ਵਿੱਚ ਗੁਰੂ ਸਾਹਿਬਾਨ ਦਾ, ਬਾਬਾ ਸਿੰਘ ਬੰਦਾ ਬਹਾਦਰ ਜੀ ਦਾ, ਹੋਰ ਗੁਰੂ ਸਿੱਖਾਂ ਦਾ ਜੋ ਕਰੈਕਟਰ ਹੈ ਉਹਨੂੰ ਲੋਕਾਂ ਦੇ ਸਾਹਮਣੇ ਪ੍ਰਗਟ ਕਰੋ। ਕਿਉਂਕਿ ਸਿੱਖ ਕੌਮ ਜਿਹੜੀ ਆ ਇਹ ਕਿਸੇ ਕੋਲ ਲੁਕੀ ਛਿਪੀ ਨਹੀਂ। ਠੀਕ ਹੈ, ਇਹਦੀਆਂ ਪਰੰਪਰਾਵਾਂ ਵੱਖਰੀਆਂ, ਇਹਨਾਂ ਦੇ ਨਿਸ਼ਾਨ ਜੁਦਾ, ਇਹਨਾਂ ਦਾ ਵਿਧਾਨ ਜੁਦਾ, ਇਹਨਾਂ ਦਾ ਇਸ਼ਟ ਉਪਾਸਨਾ ਜੁਦਾ ਹੈਗਾ। ਸੋ ਇਸ ਕਰਕੇ ਬਾਕੀ ਕੌਮਾਂ ਦਾ ਜੋ ਇਸ ਧਰਮ ਦੇ ਨਾਲ ਮੇਲ ਨਾ ਖਾਣ ਕਰਕੇ ਉਹ ਇਹਨੂੰ ਜਜ਼ਬ ਕਰਨ ਵਾਸਤੇ ਇਹੋ ਜਿਹੀਆਂ ਕੁਝੀਆਂ ਚਾਲਾਂ ਚੱਲ ਰਹੇ ਆ। ਮੈਂ ਬੇਨਤੀ ਕਰਾਂਗਾ ਵੀ ਤੁਹਾਡਾ ਧਰਮ ਤੁਹਾਨੂੰ ਮੁਬਾਰਕ। ਜਿਵੇਂ 10ਵੇਂ ਪਾਤਸ਼ਾਹ ਨੂੰ ਵੀ ਪੁੱਛਣਾ ਕੀਤਾ ਸੀ ਵੀ ਮੁਸਲਮਾਨ ਧਰਮ ਚੰਗਾ ਜਾਂ ਮੌਲਵੀ ਨੇ ਪੁੱਛਿਆ ਵੀ ਸਿੱਖ ਧਰਮ ਚੰਗਾ, ਉਹ ਕਹਿੰਦੇ ਮੌਲਵੀ ਜੀ ਤੁਹਾਡਾ ਧਰਮ ਤੁਹਾਨੂੰ ਖੂਬ, ਹਮਾਰਾ ਧਰਮ ਹਮਕੋ ਖੂਬ। ਇਹ ਸਾਰੇ ਧਰਮ ਚੰਗੇ ਆ, ਦੂਜਿਆਂ ਦੇ ਧਰਮ ਵਿੱਚ ਇੰਟਰਫੇਅਰ ਕਰਨਾ ਮੇਰਾ ਖਿਆਲ ਬਹੁਤ ਕਮੀਨਗੀ ਦੀ ਗੱਲ ਹੈ। ਇਸ ਕਰਕੇ ਹੱਥ ਜੋੜ ਕੇ ਬੇਨਤੀ ਆ ਕਿ ਇਹੋ ਜਿਹੀਆਂ
ਕੁਝੀਆਂ ਚਾਲਾਂ ਚੱਲਣ ਤੋਂ ਜਿਹੜੇ ਵੀ ਪਿੱਛੇ ਕੋਈ ਹੱਥ ਆ ਉਹਨਾਂ ਨੂੰ ਬਾਜ਼ ਆਉਣਾ ਚਾਹੀਦਾ। ਜੋ ਸਿਰਸਾ ਸਾਹਿਬ ਨੇ ਕਿਹਾ, ਜਿੱਥੇ ਗੌਰਮੈਂਟ ਨੇ ਐਡਾ ਵੱਡਾ ਫਰਾਗਿਲity ਦੇ ਨਾਲ ਇਹਨਾਂ ਦਾ ਜੋ 90 ਦਿਨ ਦਾ ਇੱਥੇ ਬੈਠਣ ਦੇ ਨਾਲ ਉਹਨਾਂ ਨੇ ਫੈਸਲਾ ਲਿਆ, ਉਹ ਬੜਾ ਸ਼ਲਾਘਾਯੋਗ ਆ। ਬਾਕੀ ਜਿਹੜਾ ਲੋੜੀਂਦੀ ਕਾਰਵਾਈ ਆ, ਉਹਨਾਂ ਤੇ FIR ਦਰਜ ਕਰਨੀ, ਉਹਨਾਂ ਤੇ ਮੁਕੱਦਮੇ ਚਲਾਉਣੇ, ਜੋ ਉਹਨਾਂ ਦੇ ਜੋ ਲੇਖਕ ਆ ਜਾਂ ਉਹਨਾਂ ਦੇ ਸੰਸ਼ੋਧਕ ਆ ਜਾਂ ਪਬਲਿਸ਼ਰ ਜਾਂ ਜਿਹੜੇ ਹੈਗੇ ਆ, ਸੋ ਉਹਨਾਂ ਉੱਤੇ ਵੀ ਬਣਦੀ ਕਾਰਵਾਈ ਕਰਨੀ ਚਾਹੀਦੀ ਆ। ਹਾਂਜੀ, ਸੋ ਇਸ ਬਾਬਾ ਜੀ ਧਰਮ ਦੀਆਂ ਸਿੱਖ ਧਰਮ ਦੀਆਂ ਭਾਵਨਾਵਾਂ ਨਾਲ ਖੇਡਿਆ ਜਾਂਦਾ ਜੀ। FIR ਦਰਜ ਹੁੰਦੀ, ਪਰ ਬਹੁਤ ਵਾਰ ਇਦਾਂ ਹੁੰਦਾ ਕਿ ਬਾਹਰੋਂ ਬਾਰ ਜ਼ਮਾਨਤਾਂ ਹੋ ਜਾਂਦੀਆਂ। ਸਿਰ ਸਾਹਿਬ ਨੇ ਕਿਹਾ ਵੀ ਜਦ ਤੱਕ ਉਹਨਾਂ ਤੇ FIR ਨਹੀਂ ਹੁੰਦੀ, ਪਰ ਉਹਨਾਂ ਦੀ ਜ਼ਮਾਨਤਾਂ ਵੀ ਬਾਹਰੋਂ ਬਾਰ ਹੋ ਜਾਂਦੀਆਂ, ਤੇ ਜਿਹਦੇ ਨਾਲ ਉਹਨਾਂ ਨੂੰ ਕੋਈ ਅਸਰ ਨਹੀਂ ਹੁੰਦਾ ਇਸ ਚੀਜ਼ਾਂ ਦਾ ਕਿ ਸਾਨੂੰ ਕਿਹੜੀ ਕੋਈ ਸਜ਼ਾ ਹੋਣੀ ਹੈ, ਸਾਨੂੰ ਕਿਹਨੇ ਕੋਈ ਜੇਲ੍ਹਾਂ 'ਚ ਡੱਕ ਲੈਣਾ। ਇਸ ਬਾਰੇ ਤੁਸੀਂ ਕੀ ਕਹੋਗੇ? ਉਹਨਾਂ ਨੂੰ ਜੋ ਬਣਦੀ ਸਜ਼ਾ ਪੂਰੀ ਦੇਣੀ ਨਹੀਂ ਚਾਹੀਦੀ ਸਰਕਾਰ ਨੂੰ? ਦੇਖੋ, ਹੁਣ ਕੱਲ ਵੀ ਮੈਂ ਇੱਕ WhatsApp ਦੇ ਪੋਸਟ 'ਤੇ ਪੜ੍ਹਿਆ ਸੀਗਾ, ਹੁਣ ਉੱਥੇ ਵਫਦ ਰਵਾਨਾ ਹੋ ਰਿਹਾ ਜਿਨ੍ਹਾਂ ਨੇ ਕਿਹਾ ਵੀ ਹੁਣ 395 ਇਹ ਲਾ ਕੇ ਉਹ ਹੁਣ ਤੁਸੀਂ ਜਾਓ ਸ਼ਾਮ ਨੂੰ ਜ਼ਮਾਨਤ ਕਰਾ ਕੇ ਆ ਜਾਓ, ਜਿਹਦੇ ਕਰਕੇ ਇਹ ਸਾਰਾ ਜਿਹੜਾ ਮਸਲਾ ਵਿਗੜਿਆ। ਜੋ ਮਰਜ਼ੀ ਊਲ ਜਲੂਲ ਬੋਲੀ ਜਾਂਦਾ, ਜੋ ਮਰਜ਼ੀ ਲਿਖੀ ਜਾਂਦਾ। ਗੌਰਮੈਂਟ ਤੋਂ ਅਸੀਂ, ਪੰਜਾਬ ਗੌਰਮੈਂਟ ਤੇ ਸੈਂਟਰ ਗੌਰਮੈਂਟ ਤੋਂ ਇਹ ਮੰਗ ਕਰਦੇ ਹਾਂ ਕਿ ਐਸਾ ਸਖਤ ਕਾਨੂੰਨ ਬਣਾਇਆ ਜਾਵੇ। ਜਦੋਂ ਇੱਕ ਸੁਪਰੀਮ ਕੋਰਟ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਜਿੰਦਾ ਗੁਰੂ ਦਾ ਦਰਜਾ ਦੇ ਦਿੱਤਾ, ਤੇ ਜਿੰਦਾ ਗੁਰੂ ਦਾ ਦਰਜਾ ਤੇ ਉਹਦੇ ਉੱਤੇ ਧਾਰਾ ਕਿਹੜੀ ਲੱਗਣੀ ਚਾਹੀਦੀ ਆ? 302 ਲੱਗਣੀ ਚਾਹੀਦੀ ਆ। ਇਹ ਸੁਪਰੀਮ ਕੋਰਟ ਦਾ ਫੈਸਲਾ ਹੈਗਾ। ਗੁਰੂ ਗ੍ਰੰਥ ਸਾਹਿਬ ਦੇ ਨਾਂ ਜ਼ਮੀਨ ਵੀ ਲੱਗ ਸਕਦੀ ਆ, ਜਿੰਦਾ ਗੁਰੂ ਦਾ ਦਰਜਾ ਵੀ ਦਿੱਤਾ। ਜੇ ਜਿੰਦਾ ਗੁਰੂ ਦਾ ਦਰਜਾ ਦਿੱਤਾ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਇਹੋ ਜਿਹੀ ਹਰਕਤ ਕਰਦਾ, ਕੋਈ ਚੀਜ਼ਾਂ ਬੇਅਦਬੀ ਕਰਦਾ, ਤੇ ਉਹਦੇ ਉੱਤੇ ਉਹੋ ਹੀ ਧਾਰਾਵਾਂ ਲੱਗਣੀਆਂ ਚਾਹੀਦੀਆਂ ਜਿਹੜਾ ਇੱਕ ਜਿੰਦਾ ਆਦਮੀ ਦੇ ਉੱਤੇ ਲੱਗਦੀਆਂ। 307 ਦਾ 302 ਦਾ ਜੋ ਵੀ ਪਰਚਾ ਬਣਦਾ ਉਹ ਲੱਗਣਾ ਚਾਹੀਦਾ। ਇਹ ਸਾਡੀ ਮੰਗ ਹੈ। ਬਈ ਗਵਾਂਢੀ ਮੁਲਕ ਆਪਣਾ ਪਾਕਿਸਤਾਨ ਹੈ ਨਾ, ਉੱਥੇ 295 ਧਾਰਾ ਜਿਸ ਵੀ ਵਿਅਕਤੀ ਤੇ ਲੱਗਦੀ ਉਹਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਆ, ਤੇ ਉੱਥੋਂ ਦੇ ਲੋਕ ਇਸ ਪ੍ਰਤੀ ਅਵੇਅਰ ਵੀ ਨਹੀਂ ਕਿ ਜਿਹੜੇ ਵੀ ਧਰਮ ਦੇ ਖਿਲਾਫ ਕੋਈ ਇਦਾਂ ਦੀ ਕੋਈ ਘਟਨਾ ਜਾਂ ਕੋਈ ਕੰਮ ਕਰੂਗਾ ਉਹਨੂੰ ਜੋ ਮੌਤ ਦੀ ਸਜ਼ਾ ਦੇ ਦਿੱਤੀ ਜਾਂਦੀ। ਤੁਹਾਨੂੰ ਲੱਗਦਾ ਕਿ ਚਲੋ ਮੌਤ ਦੀ ਸਜ਼ਾ ਨਹੀਂ, ਪਰ ਇੱਥੇ ਜੋ ਕਾਨੂੰਨ ਹੈ ਹੋਰ ਸਖਤ ਹੋਣੇ ਚਾਹੀਦੇ? ਹਾਂ, ਦੇਖੋ, ਸਖਤ ਹੋਣਾ ਚਾਹੀਦਾ। ਉਹਨੂੰ ਉਮਰ ਕੈਦ ਕਰੋ, 10 15 20 ਸਾਲ ਦੀ ਕੈਦ ਕਰੋ, ਤਾਂ ਜੋ, ਕਿਉਂਕਿ ਜਿੰਨੇ ਵੀ ਹੁਣ ਕਦੀ ਕੋਈ ਗੀਤਾ ਦੀ ਬੇਅਦਬੀ ਕਰਦਾ, ਕਦੀ ਕੋਈ ਕੁਰਾਨ ਦੇ ਪੱਤਰੇ ਪਾੜ ਦਿੰਦਾ, ਕਦੀ ਹਨੂੰਮਾਨ ਚਾਲੀਸਾ ਸਿੱਟ ਦਿੰਦਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਕਰਨਾ ਆਮ ਹੀ ਇਹਨਾਂ ਲੋਕਾਂ ਨੇ ਇੱਕ ਸ਼ੌਕ ਪਾਲ ਲਿਆ ਹੈਗਾ। ਸੋ ਇਸ ਕਰਕੇ ਅਸੀਂ ਤਾਂ ਕਹਿੰਦੇ ਹਾਂ ਵੀ ਕਿਸੇ ਵੀ ਧਰਮ ਗ੍ਰੰਥ ਸਾਰੇ ਧੰਨਤਾ ਦੇ ਯੋਗ ਆ ਔਰ ਸਾਰੇ ਸਤਿਕਾਰਯੋਗ ਆ। ਉਹਨਾਂ ਸਾਰਿਆਂ ਦਾ ਮਾਣ ਸਤਿਕਾਰ ਬਰਕਰਾਰ ਰੱਖਣ ਵਾਸਤੇ ਇੱਕ ਸਖਤ ਕਾਨੂੰਨ ਬਣਾਇਆ ਜਾਵੇ। ਕੋਈ ਵੀ ਜਿਹੜਾ ਕਿਸੇ ਵੀ ਧਰਮ ਦੇ ਗ੍ਰੰਥ ਦੀ ਬੇਅਦਬੀ ਕਰਦਾ ਤੇ ਉਹਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਆ, ਕਿਉਂਕਿ ਧਰਮ ਗ੍ਰੰਥ ਹੈ ਹੀ ਗਿਆਨ। ਜਦੋਂ ਸਾਰਿਆਂ ਨੂੰ ਇੱਕ ਮਨੁੱਖ ਬਣਨ ਦਾ ਗਿਆਨ ਦਿੰਦੇ ਆ, ਉਹਨਾਂ ਧਰਮ ਗ੍ਰੰਥਾਂ ਦੀ ਬੇਅਦਬੀ ਕਰਨ ਦਾ ਕੀ ਮੰਤਵ ਆ? ਕੀ ਉਹਦਾ ਤੁੱਕ ਬਣਦੀ ਆ? ਕਿਉਂ ਕਰਦੇ ਆ? ਇਹ ਸਿਰਫ ਸ਼ਰਾਰਤੀ ਅੰਸਰ, ਸਿਰਫ ਆਪਾਂ ਨੂੰ ਇੱਕ ਇਨਸਾਨੀਅਤ ਨੂੰ ਲਾਉਣ ਵਾਸਤੇ, ਧਰਮ ਦੇ ਨਾਂ ਦੇ ਉੱਤੇ ਆਪਣੀਆਂ ਵੋਟਾਂ ਪੱਕੀਆਂ ਕਰਨ ਵਾਸਤੇ ਇਹਨਾਂ ਲੋਕਾਂ ਨੇ ਇੱਕ ਆਪਣਾ ਇੱਕ ਕਹਿ ਲਓ ਹੱਥ ਰੋਕਾ ਬਣਾਇਆ ਹੋਇਆ। ਹੋਰ ਇਹਦੇ ਵਿੱਚ ਕੁਝ ਨਹੀਂਗਾ। ਕੋਈ ਲੋਕ ਨਹੀਂ ਚਾਹੁੰਦੇ ਕਰਨਾ, ਪਰ ਇਹ ਲੋਕ ਕਰਾਉਂਦੇ ਆ। ਇਹਦੇ ਵਿੱਚ ਸਿਰਫ ਰਾਜਸੀ ਲੋਕਾਂ ਦਾ ਹੱਥ, ਮੈਂ ਜੋ ਮਹਿਸੂਸ ਕਰਦਾ। ਬਹੁਤ ਬਹੁਤ ਧੰਨਵਾਦ। ਸੋ ਲੰਬੇ ਸਮੇਂ ਤੋਂ ਜੋ ਮੰਗ ਸੀ ਉਹ ਅੱਜ ਸਰਕਾਰ ਨੇ ਜੋ ਪਾਬੰਦੀਆਂ ਲਗਾ ਦਿੱਤੀਆਂ ਇਹ 3 ਕਿਤਾਬਾਂ ਉੱਤੇ, ਪਰ ਅਜੇ ਵੀ ਜੋ ਹੈ ਸਿੱਖ ਧਰਮ ਵੱਲੋਂ ਇੱਕ ਮੰਗ ਹੈ ਕਿ ਉਹਨਾਂ ਜੋ ਦੋਸ਼ੀ ਉਹਨਾਂ ਦੀਆਂ ਸਜ਼ਾਵਾਂ ਦਿੱਤੀਆਂ, ਜੋ ਹੋਰ ਵੀ ਕਿਤਾਬਾਂ ਨੇ ਉਹਨਾਂ ਨੂੰ ਵੀ ਬੈਨ ਕੀਤਾ ਜਾਵੇ, ਤੇ ਫਿਰ ਜੋ ਇਹ ਧਰਨਾ ਹੈ ਉਸ ਸਮੇਂ ਖਤਮ ਕਰਨਗੇ ਜਦੋਂ ਦੋਸ਼ੀਆਂ ਨੂੰ ਪੂਰਨ ਤੌਰ 'ਤੇ ਸਜ਼ਾਵਾਂ ਮਿਲ ਜਾਣਗੀਆਂ। ਮਨਜਿੰਦਰ ਸਿੰਘ, ਖਾਲਸ ਟੀਵੀ ਤੋਂ ਧੰਨਵਾਦ।